ਕਾਰਾ ਮੇਰੋ ਕਰੈ ਕਰਤ ਨ ਪਰ ਉਪਕਾਰ। ਤਿਸ ਕੋ ਮੈਂ ਫਿਰ ਕਰੂੰਗੀ ਪਲਟਾ ਇਹੋ ਦਰਬਾਰ। ਹੁਣ ਕਵੀ ਜੀ ਕਹਿਣ ਲੱਗੇ ਭਾਈ ਆਸਾ ਸਿੰਘ ਦੇ ਹੱਥ ਵਿੱਚ ਜਿਹੜੀ ਕਲਮ ਹੈ ਨਾ, ਉਹ ਗੁਰੂ ਨੇ ਦਿੱਤੀ ਹੈ। ਔਰ ਗੁਰੂ ਦੀ ਪਕੜਾਈ ਹੋਈ ਕਲਮ ਇੱਕ ਗੱਲ ਕਹਿੰਦੀ ਹੈ ਕਿ ਮੇਰਾ ਮੂੰਹ ਕਾਲਾ ਕਰਕੇ ਜਿਹੜਾ ਬੰਦਾ ਆਪਣੇ ਹੱਥਾਂ ਦੇ ਨਾਲ ਪਰ ਉਪਕਾਰ ਦੀ ਗਾਥਾ ਨਹੀਂ ਲਿਖਦਾ, ਮੇਰਾ ਮੂੰਹ ਕਾਲਾ ਕਰਨ ਤੋਂ ਬਾਅਦ ਜਿਹੜਾ ਬੰਦਾ ਆਪਣੇ ਹੱਥਾਂ ਦੇ ਨਾਲ ਪਰ ਉਪਕਾਰ ਕਰਨ ਵਾਲੀ ਗਾਥਾ ਨਹੀਂ ਲਿਖਦਾ, ਇਹ ਕਲਮ ਕਹਿ ਰਹੀ ਹੈ ਮੇਰਾ ਮੂੰਹ ਕਾਲਾ ਕਰਨ ਵਾਲਿਆ ਮੈਂ ਤੇਰਾ ਮੂੰਹ ਕਾਲਾ ਕਰਾਂਗੀ, ਮੈਂ ਤੇਰਾ ਮੂੰਹ ਕਾਲਾ ਕਰਾਂਗੀ। ਮੇਰਾ ਮੂੰਹ ਤੂੰ ਕਾਲਾ ਕੀਤਾ ਮੈਨੂੰ ਕੋਈ ਦੁੱਖ ਨਹੀਂ, ਪਰ ਮੇਰਾ ਮੂੰਹ ਕਾਲਾ ਕਰਨ ਤੋਂ ਬਾਅਦ ਪਰ ਉਪਕਾਰ ਦੀ ਗੱਲ ਤੇ ਲਿਖ, ਕਿਸੇ ਦੇ ਭਲੇ ਦੀ ਗੱਲ ਤੇ ਲਿਖ, ਕਿਸੇ ਦੇ ਉੱਪਰ ਦਇਆ ਤੇ ਕਰ, ਕਿਸੇ ਦੇ ਜੀਵਨ ਨੂੰ ਸਵਾਰਨ ਲਈ ਕੁਝ ਸ਼ਬਦ ਤੇ ਲਿਖ। ਫਿਰ ਮੈਨੂੰ ਆਪਣੇ ਮੂੰਹ ਕਾਲਾ ਹੋਣ ਦਾ ਕੋਈ ਡਰ ਨਹੀਂ, ਪਰ ਜੇ ਤੂੰ ਮੇਰਾ ਮੂੰਹ ਕਾਲਾ ਕਰਨ ਤੋਂ ਬਾਅਦ ਵੀ ਕਿਸੇ ਦੀ ਜ਼ਿੰਦਗੀ ਦੇ ਉਜਾੜਨ ਵਾਲੇ ਬੋਲ ਲਿਖੇਂਗਾ ਤੇ ਮੈਂ ਤੇਰੇ ਮੂੰਹ ਨੂੰ ਕਾਲਾ ਕਰ ਦੇਵਾਂਗਾ। ਭਾਵ ਤੇਰੀ ਜ਼ਿੰਦਗੀ ਨੂੰ ਮੇਰੇ ਦੁਆਰਾ ਲਿਖੇ ਗਏ ਸ਼ਬਦ ਜਿਹੜੇ ਨੇ ਉਹ ਕਲੰਕਿਤ ਕਰ ਜਾਣਗੇ। ਇਸ ਕਰਕੇ ਕਲਮ ਵੀ ਕਹਿੰਦੀ ਹੈ ਮੇਰਾ ਮੂੰਹ ਭਾਵੇਂ ਕਾਲਾ ਕਰਦੇ ਭਲਿਆ, ਜੇ ਆਪਣਾ ਮੁਖ ਉਜਲਾ ਕਰਨਾ ਚਾਹੁੰਦਾ ਹੈ ਫਿਰ ਮੇਰੇ ਮੂੰਹ ਦੇ ਵਿੱਚੋਂ ਨਿਕਲੀ ਗਈ ਕਾਲਖ ਦੇ ਨਾਲ ਭਲੇ ਸ਼ਬਦ ਲਿਖਿਆ ਕਰ, ਚੰਗੀ ਵਿਚਾਰ ਲਿਖਿਆ ਕਰ, ਚੰਗੀ ਲਿਖਤ ਪ੍ਰਗਟ ਕਰਿਆ ਕਰ। ਮੇਰੇ ਮੂੰਹ ਨੂੰ ਕਾਲਾ ਕਰਨ ਤੋਂ ਬਾਅਦ ਤੇਰਾ ਮੁਖ ਉਜਲਾ ਹੋ ਸਕਦਾ ਹੈ, ਪਰ ਜੇ ਤੂੰ ਚੰਗੇ ਸ਼ਬਦ ਲਿਖੇਂਗਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਸ਼ਬਦ ਕਹੇ ਗਏ ਕਿ ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਵਸ, ਧੰਨ ਲਿਖਾਰੀ ਨਾਨਕਾ ਜਿਸ ਨਾਮ ਲਿਖਾਇਆ ਸੱਚ। ਕਹਿੰਦੇ ਹੇ ਭਾਈ ਉਹ ਕਲਮ ਵੀ ਧੰਨਤਾ ਜੋਗ, ਉਹ ਕਾਗਜ਼ ਵੀ ਧੰਨਤਾ ਜੋਗ, ਉਹ ਦਵਾਤ ਵੀ ਧੰਨਤਾ ਜੋਗ, ਉਹ ਸਿਹਾਈ ਵੀ ਧੰਨਤਾ ਜੋਗ, ਤੇ ਉਹ ਲਿਖਣ ਵਾਲਾ ਵੀ ਧੰਨਤਾ ਜੋਗ ਜਿਹੜਾ ਸੱਚੀ ਵਿਚਾਰ ਦੁਨੀਆ ਦੇ ਭਲੇ ਦੀ ਲਿਖਦਾ ਹੈ। ਹੁਣ ਧਿਆਨ ਮਾਰ ਕੇ ਵੇਖੋ, ਕਲਮਾਂ ਸਾਡੇ ਕੋਲ ਵੀ ਨੇ, ਪਰ ਸਾਡੀਆਂ ਕਲਮਾਂ ਜਿਹੜੀਆਂ ਨਾ ਉਹ ਬਹੁਤਿਆਂ ਦੀਆਂ ਇਦਾਂ ਦੀਆਂ ਨੇ, ਇਹੋ ਜਿਹਾ ਕੁਝ ਲਿਖਦੇ ਨੇ ਤੇ ਬਾਅਦ ਵਿੱਚ ਆਪਣਾ ਹੀ ਮੂੰਹ ਕਾਲਾ ਹੋ ਜਾਂਦਾ, ਆਪਣਾ ਹੀ ਮੂੰਹ ਕਾਲਾ ਹੋ ਜਾਂਦਾ। ਇਸ ਕਰਕੇ ਸਾਹਿਬ ਜੀ ਨੇ ਇਹ ਸ਼ਬਦ ਕਹੇ ਸਨ ਕਿ ਭਲਿਆ ਆਪਣੀ ਜ਼ਿੰਦਗੀ ਵਿੱਚ ਚੇਤੇ ਰੱਖ, ਕਲਮ ਜਲੋ ਸਣ ਮਸਵਾਣੀ ਹੈ, ਕਾਗਜ਼ ਭੀ ਜਲ ਜਾਓ, ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਵ। ਹੇ ਭਾਈ ਉਹ ਕਲਮ ਵੀ ਸੜ ਜਾਵੇ, ਉਹ ਸਿਹਾਈ ਨੂੰ ਵੀ ਅੱਗ ਲੱਗ ਜਾਵੇ, ਤੇ ਉਹ ਲਖਾਰੀ ਵੀ ਮੱਚ ਜਾਵੇ ਜਿਹੜਾ ਰੱਬ ਦੇ ਪ੍ਰੇਮ ਨੂੰ ਛੱਡ ਕੇ, ਦੁਨੀਆ ਦੇ ਭਲੇ ਨੂੰ ਛੱਡ ਕੇ ਭੈੜੀਆਂ ਕਵਿਤਾਵਾਂ, ਭੈੜੇ ਗੀਤ, ਭੈੜੀ ਵਿਚਾਰ ਆਪਣੀ ਕਲਮ ਦੇ ਨਾਲ ਲਿਖਦਾ ਹੈ। ਇਹੋ ਜਿਹੇ ਤੇ ਸੜ ਜਾਣ ਲੋਕ। ਹੁਣ ਇੱਥੇ ਕਲਮ ਦੇ ਬੋਲ ਵੇਖੋ ਕੀ ਕਹਿ ਰਹੇ ਨੇ। ਕਵੀ ਜੀ ਕਹਿਣ ਲੱਗੇ ਮੁਖ ਕਾਰਾ ਮੇਰੋ ਕਰੈ, ਕਲਮ ਕਹਿ ਰਹੀ ਹੈ ਭਲਿਆ ਕੋਈ ਦੁੱਖ ਨਹੀਂ, ਤੂੰ ਮੇਰਾ ਮੁਖ ਕਾਲਾ ਕਰੇ, ਮੈਨੂੰ ਕੋਈ ਡਰ ਨਹੀਂ, ਪਰ ਮੇਰਾ ਮੂੰਹ ਕਾਲਾ ਕਰਨ ਤੋਂ ਬਾਅਦ ਜਿਹੜਾ ਮਨੁੱਖ ਕਰਤ ਨਾ ਪਰ ਉਪਕਾਰ, ਕਿਸੇ ਦੇ ਪਰ ਉਪਕਾਰ ਕਰਨ ਲਈ ਸ਼ਬਦ ਨਾ ਲਿਖੇ ਮੇਰੇ ਦੁਆਰਾ, ਤੇ ਫਿਰ ਕਲਮ ਕਹਿੰਦੀ ਹੈ ਤਿਸ ਕੋ ਮੈਂ ਫਿਰ ਕਰੋਂਗੇ ਪਲਟਾ ਇਹ ਦਰਬਾਰ। ਫਿਰ ਮੇਰਾ ਮੂੰਹ ਕਾਲਾ ਕਰਨ ਵਾਲਾ ਜਿਹੜਾ ਹੈ ਨਾ, ਮੈਂ ਉਹਦਾ ਮੂੰਹ ਕਾਲਾ ਕਰ ਦਵਾਂਗੇ ਜਿਹੜਾ ਮੇਰੇ ਮੂੰਹ ਨੂੰ ਕਾਲਾ ਕਰਨ ਤੋਂ ਬਾਅਦ ਦੁਨੀਆ ਦੇ ਭਲੇ ਦੀ ਗੱਲ ਨਹੀਂ ਲਿਖੇਗਾ, ਦੁਨੀਆ ਤੇ ਪਰ ਉਪਕਾਰ ਦੀ ਗੱਲ ਨਹੀਂ ਲਿਖੇਗਾ। ਇਸ ਕਰਕੇ ਯਤਨ ਕਰਨਾ, ਇੱਥੋਂ ਸਿੱਖਿਆ ਲਈਏ ਆਪਣੀ ਜ਼ਿੰਦਗੀ ਦੇ ਵਿੱਚ। ਸਾਡੇ ਕੋਲ ਵੀ ਕਲਮ ਹੈ, ਸਾਡੇ ਕੋਲ ਵੀ ਕੋਈ ਬੰਦਾ ਅਨਪੜ੍ਹ ਵੀ ਹੋਵੇ ਉਹਦੇ ਕੋਲ ਵੀ ਕਰਮਾਂ ਦੀ ਕਲਮ ਹੈ, ਤੇ ਇਸ ਕਰਮਾਂ ਦੀ ਕਲਮ ਦੇ ਨਾਲ ਜੇ ਕਿਸੇ ਦੇ ਪ੍ਰਤੀ ਪਰ ਉਪਕਾਰ ਦੀ ਕਲਮ ਚਲਾਵਾਂਗੇ, ਪਰ ਉਪਕਾਰ ਵਾਲੇ ਕਰਮ ਕਰਾਂਗੇ, ਸਾਡਾ ਮੁਖ ਉਜਲਾ ਹੋਵੇਗਾ। ਤੇ ਜੇ ਆਪਣੀ ਕਰਮਾਂ ਦੀ ਕਲਮ ਦੇ ਨਾਲ ਮਾੜੇ ਆਪਣੇ ਜੀਵਨ ਵਿੱਚ ਕਰਮ ਲਿਖਾਂਗੇ, ਉਹਦੇ ਨਾਲ ਸਾਡਾ ਮੂੰਹ ਕਾਲਾ ਹੋ ਜਾਵੇਗਾ। ਇਸ ਕਰਕੇ ਤਾਂ ਹੀ ਤੇ ਮੇਰੇ ਸਾਹਿਬ ਜੀ ਨੇ ਸ਼ਬਦ ਕਹੇ ਸਨ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਇੱਥੇ ਕਰਮਾਂ ਦੀ ਕਲਮ ਦੇ ਅਸਲ ਵਿੱਚ ਜ਼ਿਕਰ ਹੈ ਵੀ ਆਪਣੇ ਕਰਮਾਂ ਰਾਹੀਂ ਕਾਲੇ ਲੇਖ ਕਿਉਂ ਲਿਖਦਾ ਪਿਆ,
ਜੇ ਆਪਣਾ ਮੁਖ ਉਜਲਾ ਕਰਨਾ ਚਾਹੁੰਦਾ ਹੈ, ਫਿਰ ਆਪਣੇ ਕਰਮਾਂ ਦੀ ਕਲਮ ਦੇ ਨਾਲ ਭਲੇ ਵਿਚਾਰ ਲਿਖਿਆ ਕਰ, ਭਲੇ ਕਰਮ ਕਰਿਆ ਕਰ, ਜਿਹਦੇ ਨਾਲ ਤੇਰਾ ਮੁਖ ਉਜਲਾ ਹੋ ਜਾਵੇ। ਇੱਥੋਂ ਸਿੱਖਿਆ ਲਈਏ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਕਰਮ ਕਿਹੋ ਜਿਹੇ ਕਰਨੇ ਨੇ ਤਾਂ ਕਿ ਸਾਡਾ ਮੁਖ ਉਜਲਾ ਹੋ ਜਾਵੇ। ਤੇ ਮੇਰੇ ਸਾਹਿਬ ਜੀ ਨੇ ਤੇ ਬੜੀਆਂ ਵਿਚਾਰਾਂ ਕਈਆਂ ਨੇ। ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦੇ ਦਰਬਾਰ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਦੇਹੀ ਰੋਗ ਨਾ ਲੱਗਈ ਦਾ ਭਾਵ ਤੇਰਾ ਮੂੰਹ ਕਾਲਾ ਹੀ ਨਹੀਂ ਹੋਵੇਗਾ, ਤੈਨੂੰ ਰੋਗ ਲੱਗੇਗਾ ਨਹੀਂ, ਤੈਨੂੰ ਕਲੰਕ ਲੱਗੇਗਾ ਨਹੀਂ, ਜੇ ਤੂੰ ਬੁਰੇ ਦਾ ਵੀ ਭਲਾ ਕਰਨ ਵਾਲਾ ਉਦਮ ਕਰੇਗਾ। ਤੇਰੀ ਜ਼ਿੰਦਗੀ ਦੇ ਵਿੱਚ ਉਜਲਾਪਨ ਪੈਦਾ ਹੋਵੇਗਾ ਜੇ ਤੂੰ ਯਤਨ ਕਰੇਗਾ। ਇਸ ਕਰਕੇ ਸਾਹਿਬ ਜੀ ਕਹਿਣ ਲੱਗੇ ਭਲਾ ਚਾਹੁੰਦਾ ਹੈ ਆਪਣਾ, ਤੇ ਪਾਤਸ਼ਾਹ ਜੀ ਕਹਿੰਦੇ ਫਿਰ ਦੂਜੇ ਦਾ ਬੁਰਾ ਚਿਤਵਣਾ ਬੰਦ ਕਰ ਦੇ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਆ ਕਰਮਾਂ ਦੀ ਕਲਮ ਹੈ, ਤੇ ਜੇ ਤੂੰ ਕਿਸੇ ਦਾ ਬੁਰਾ ਤੱਕੇਗਾ ਤੇਰਾ ਬੁਰਾ ਹੋਣਾ ਜ਼ਰੂਰ ਹੈ। ਤੇਰੀ ਕਲਮ ਨੇ ਤੇਰਾ ਮੂੰਹ ਕਾਲਾ ਕਰ ਜਾਣਾ, ਤੇਰੀ ਕਲਮ ਨੇ, ਤੇਰੇ ਭੈੜੇ ਕਰਮ ਨੇ ਤੈਨੂੰ ਬੁਰਾ ਬਣਾ ਦੇਣਾ ਹੈ। ਇਸ ਕਰਕੇ ਭਲਿਆ ਕਲਮ ਕਹਿ ਰਹੀ ਹੈ ਇੱਥੇ ਮੁਖ ਕਾਰਾ ਮੇਰੋ ਕਰਾਂ। ਕਹਿੰਦੇ ਜੇ ਮੇਰਾ ਮੂੰਹ ਕਾਲਾ ਵੀ ਕਰੇ ਨਾ ਪਿਆਰਿਆ, ਕਲਮ ਕਹਿੰਦੀ ਕੋਈ ਦੁੱਖ ਨਹੀਂ, ਪਰ ਜੇ ਮੇਰਾ ਮੂੰਹ ਕਾਲਾ ਕਰਨ ਤੋਂ ਬਾਅਦ ਪਰਉਪਕਾਰ ਨਾ ਕਰੇ ਤੇ ਸੱਚ ਜਾਣੀ ਫਿਰ ਮੈਂ ਤੇਰੇ ਮੂੰਹ ਨੂੰ ਕਾਲਾ ਕਰ ਦਵਾਂਗੀ। ਫਿਰ ਇਹ ਕਲੰਕ ਮੇਰੀ ਕਾਲਖ ਨੂੰ ਕਿਸੇ ਨੇ ਮਾੜਾ ਨਹੀਂ ਕਹਿਣਾ, ਤੈਨੂੰ ਇਹੋ ਜਿਹਾ ਕਲੰਕ ਲੱਗੇਗਾ ਕਿ ਰਹਿੰਦੀ ਦੁਨੀਆ ਤੱਕ ਤੇਰਾ ਮੂੰਹ ਕਾਲਾ ਹੀ ਹੋ ਜਾਵੇਗਾ। ਇਸ ਕਰਕੇ ਯਤਨ ਕਰਿਓ, ਗੁਰੂ ਦਰ ਤੇ ਆਏ ਆ, ਇੱਥੇ ਆਪਣੇ ਜੀਵਨ ਵਿੱਚ ਕਰਮ ਇਹੋ ਜਿਹੇ ਕਰੀਏ ਕਿ ਇਹ ਕਲਮ ਬਣ ਕੇ ਸਾਡੇ ਜੀਵਨ ਨੂੰ ਉਜਲਾ ਕਰ ਜਾਣ। ਭਾਈ ਆਸਾ ਸਿੰਘ ਆਪਣੀ ਕਲਮ ਦੁਆਰਾ ਸ਼ਬਦ ਲਿਖਦੇ ਨੇ ਕਿ ਸੱਚੇ ਪਾਤਸ਼ਾਹ ਮੇਰੀ ਕਲਮ ਕਹਿ ਰਹੀ ਹੈ ਕਿ ਮੇਰਾ ਮੂੰਹ ਭਾਵੇਂ ਕਾਲਾ ਕਰ ਦੇ, ਪਰ ਇਹਦੇ ਨਾਲ ਪਰ ਉਪਕਾਰ ਲਿਖੀ, ਤੇਰਾ ਮੁਖ ਉਜਲਾ ਤਾਂ ਹੋਣਾ, ਨਹੀਂ ਤੇ ਮੇਰੀ ਕਲਮ ਮੇਰਾ ਮੂੰਹ ਕਾਲਾ ਕਰ ਜਾਵੇਗੀ। ਹਾਟ ਸਾਤੀ ਦੋ ਟੁਕ ਭਈ, ਰੁਦਨ ਕਰਤ ਲਿਖ ਜਾਤ, ਪਰ ਸਵਾਤ ਉਪਕਾਰ ਬਿਨ ਮੋਹਿ ਨ ਉਪਜਤ ਸ਼ਾਂਤ। ਹੁਣ ਭਾਈ ਆਸਾ ਸਿੰਘ ਲਿਖਦਾ ਪਿਆ ਗੁਰੂ ਦੇ ਪ੍ਰੇਮ ਵਿੱਚ ਡੁੱਬਿਆ ਹੋਇਆ ਸ਼ਬਦ। ਛਾਤੀ ਫਟ ਗਈ ਹੈ, ਅੰਦਰ ਬੈਰਾਗ, ਅੱਖਾਂ ਵਿੱਚੋਂ ਬੈਰਾਗ ਦੇ ਹੰਝੂ ਕਿਰਦੇ ਪਏ ਨੇ। ਰੋਂਦਾ ਹੋਇਆ ਆਪਣੀ ਕਲਮ ਦੇ ਨਾਲ ਸ਼ਬਦ ਲਿਖੀ ਜਾਂਦਾ ਹੈ, ਸੱਚੇ ਪਾਤਸ਼ਾਹ ਮੈਂ ਕੀ ਕਰਾਂ, ਮੇਰੇ ਹੱਥ ਵਿੱਚ ਜਿਹੜੀ ਤੁਸੀਂ ਕਲਮ ਪਕੜਾਈ ਹੈ ਨਾ, ਇਹ ਕਲਮ ਕਹਿ ਰਹੀ ਹੈ ਮੈਨੂੰ ਪਰ ਉਪਕਾਰ ਤੋਂ ਬਿਨਾਂ ਕੁਝ ਲਿਖਿਆ ਹੀ ਨਹੀਂ ਜਾਣਾ, ਮੈਨੂੰ ਪਰ ਉਪਕਾਰ ਕਰਨ ਤੋਂ ਬਿਨਾਂ ਕੁਝ ਹੋਰ ਕਰ ਹੀ ਨਹੀਂ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਇਹ ਕਲਮ ਤੂੰ ਹੀ ਦਿੱਤੀ ਹੈ ਹੱਥ ਵਿੱਚ, ਤੇ ਮੈਂ ਫਿਰ ਪਰ ਉਪਕਾਰ ਕਿਉਂ ਨਾ ਲਿਖਾਂ ਕਿਸੇ ਲਈ। ਤੁਸੀਂ ਆਪਣੇ ਜੀਵਨ ਵਿੱਚ ਕਿਹਾ ਕਿ ਘਾ ਲਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਇਹ ਤੁਹਾਡੀ ਵਿਚਾਰ ਹੈ ਸੱਚੇ ਪਾਤਸ਼ਾਹ, ਇਹ ਕਲਮ ਤੁਸੀਂ ਦਿੱਤੀ ਹੈ, ਇਸ ਕਰਕੇ ਪਰ ਉਪਕਾਰ ਬਿਨਾਂ ਮੈਨੂੰ ਹੋਰ ਕੁਝ ਭਾਉਂਦਾ ਹੀ ਨਹੀਂ। ਸੱਚੇ ਪਾਤਸ਼ਾਹ ਜਿਹੜੀ ਕਲਮ ਤੁਸੀਂ ਦਿੱਤੀ ਹੈ ਨਾ, ਭਾਵੇਂ ਮੁਨਸੀ ਬਣਾਇਆ ਪਰ ਮੈਂ ਠੱਗ ਨਹੀਂ ਬਣ ਸਕਿਆ। ਮੇਰਾ ਅੰਦਰ ਜਿਹੜਾ ਹੈ ਉਹ ਪਰ ਉਪਕਾਰ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ। ਮੈਂ ਆਪਣੀ ਕਲਮ ਦੇ ਦੁਆਰਾ ਸਦਾ ਪਰ ਉਪਕਾਰ ਦੀ ਗਾਥਾ ਹੀ ਲਿਖਦਾ ਰਹਾਂ।